ਸ੍ਰੀ ਗੁਰੂ ਅਮਰਦਾਸ ਜੀ। ਜਨਮ ਅਤੇ ਵੰਸ਼। ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ 5 ਮਈ 1479 ਈਸਵੀ ਨੂੰ ਪਿੰਡ ਬਾਸਰਕੇ ਵਿੱਚ ਹੋਇਆ। ਇਹ ਪਿੰਡ ਸ੍ਰੀ ਅੰਮ੍ਰਿਤਸਰ ਤੋਂ ਥੋੜ੍ਹੀ ਦੂਰ ਪੱਛਮ ਵੱਲ ਹੈ। ਗੁਰੂ ਜੀ ਦੇ ਪਿਤਾ ਦਾ ਨਾਂ ਤੇਜਭਾਨ ਜੀ ਅਤੇ ਮਾਤਾ ਜੀ ਦਾ ਨਾਂ ਸੁਲੱਖਣੀ ਜੀ ਸੀ। ਉਹ ਪੱਲਾ ਗੋਤ ਦੇ ਖੱਤਰੀ ਸਨ ਅਤੇ ਵੈਸ਼ਨੋ ਧਰਮ ਨੂੰ ਮੰਨਦੇ ਸਨ। ਤੇਜਭਾਨ ਜੀ ਵਾਹੀ ਅਤੇ ਦੁਕਾਨਦਾਰੀ ਕਰਦੇ ਸਨ। ਉਹ ਸੁਭਾਅ ਦੇ ਬੜੇ ਮਿੱਠੇ ਸਨ, ਇਸ ਲਈ ਉਹਨਾਂ ਦਾ ਪਿੰਡ ਵਿੱਚ ਚੰਗਾ ਅਸਰ ਰਸੂਖ ਸੀ। ਜਦੋਂ ਅਮਰਦਾਸ ਜੀ ਜਵਾਨ ਹੋਏ ਤਾਂ ਉਹਨਾਂ ਨੇ ਆਪਣੇ ਪਿਤਾ ਦਾ ਕੰਮਕਾਰ ਸੰਭਾਲ ਲਿਆ। ਉਹ ਜ਼ਿਮੀਂਦਾਰਾਂ ਕੰਮ ਦੀ ਦੇਖਭਾਲ ਵੀ ਕਰਦੇ ਸਨ ਅਤੇ ਘੋੜੇ 'ਤੇ ਸੌਦਾ ਲੱਦ ਕੇ ਪਿੰਡਾਂ ਵਿੱਚ ਫੇਰੀ ਵੀ ਲਾਉਂਦੇ ਹੁੰਦੇ ਸਨ। ਤੇਜਭਾਨ ਜੀ ਆਪਣਾ ਕਾਫੀ ਸਮਾਂ ਪੂਜਾ ਪਾਠ ਵਿੱਚ ਵੀ ਬਿਤਾਉਂਦੇ ਸਨ। ਮਾਤਾ ਪਿਤਾ ਦੀਆਂ ਧਾਰਮਿਕ ਰੁਚੀਆਂ ਦਾ ਅਮਰਦਾਸ ਜੀ 'ਤੇ ਬੜਾ ਅਸਰ ਹੋਇਆ। ਉਹ ਵੀ ਪੂਜਾ ਪਾਠ ਦੇ ਨੇਮੀ ਸਨ। ਸਾਧ ਸੰਤਾਂ ਦੀ ਸੇਵਾ ਅਤੇ ਦਾਨ ਪੁੰਨ ਕਰਦੇ ਸਨ। ਆਪਣੇ ਮਨ ਨੂੰ ਵਸ ਕਰਨ ਲਈ ਕਠਨ ਤਪੱਸਿਆ ਕਰਦੇ ਹੁੰਦੇ ਸਨ। ਉਹ ਹਰ ਸਾਲ ਨੇਮ ਨਾਲ ਗੰਗਾ ਦੀ ਯਾਤਰਾ 'ਤੇ ਜਾਂਦੇ ਸਨ। ਜਦੋਂ ਅਮਰਦਾਸ ਜੀ ਕੋਈ 24 ਸਾਲਾਂ ਦੇ ਹੋਏ ਤਾਂ ਉਹਨਾਂ ਦਾ ਵਿਆਹ ਦੇਵੀ ਚੰਦ ਬਹਿਲ ਖੱਤਰੀ ਦੀ ਸਪੁੱਤਰੀ ਬੀਬੀ ਰਾਮ ਕੌਰ ਜੀ ਨਾਲ ਹੋਇਆ। ਉਹਨਾਂ ਦੇ 2 ਪੁੱਤਰ ਅਤੇ 2 ਧੀਆਂ ਸਨ। ਪੁੱਤਰਾਂ ਦੇ ਨਾਂ ਮੋਹਨ ਜੀ ਅਤੇ ਮੋਹਰੀ ਜੀ ਸਨ ਅਤੇ ਧੀਆਂ ਦੇ ਨਾਂ ਬੀਬੀ ਦਾਨੀ ਅਤੇ ਬੀਬੀ ਭਾਨੀ ਜੀ ਸਨ। ਗੁਰੂ ਮਿਲਾਪ। ਅਮਰਦਾਸ ਜੀ ਸੱਚੇ ਗਿਆਨ ਦੇ ਖੋਜੀ ਸਨ ਅਤੇ ਈਸ਼ਵਰ ਪ੍ਰਾਪਤੀ ਲਈ ਸਦਾ ਯਤਨ ਕਰਦੇ ਰਹਿੰਦੇ ਸਨ। 1540 ਈਸਵੀ ਵਿੱਚ ਉਹਨਾਂ ਦੀ 20ਵੀਂ ਗੰਗਾ ਯਾਤਰਾ ਸੀ। ਜਦੋਂ ਉਹ ਵਾਪਸ ਆ ਰਹੇ ਸਨ ਤਾਂ ਉਹਨਾਂ ਨੂੰ ਰਾਹ ਵਿੱਚ ਇੱਕ ਬ੍ਰਹਮਚਾਰੀ ਸਾਧੂ ਮਿਲਿਆ। ਉਹਦੇ ਨਾਲ ਅਮਰਦਾਸ ਜੀ ਦੀਆਂ ਈਸ਼ਵਰ ਗਿਆਨ ਬਾਰੇ ਗੱਲਾਂ ਹੁੰਦੀਆਂ ਰਹੀਆਂ। ਦੋਹਾਂ ਦਾ ਆਪਸ ਵਿੱਚ ਪ੍ਰੇਮ ਹੋ ਗਿਆ। ਅਮਰਦਾਸ ਜੀ ਉਹਨੂੰ ਆਪਣੇ ਨਾਲ ਹੀ ਬਾਸਰ ਕੇ ਲੈ ਆਏ। ਇੱਕ ਦਿਨ ਗੱਲਾਂ ਵਿੱਚ ਉਹ ਸਾਧੂ ਨੇ ਅਮਰਦਾਸ ਜੀ ਨੂੰ ਪੁੱਛਿਆ, ਤੁਹਾਡਾ ਗੁਰੂ ਕੌਣ ਹੈ? ਅਮਰਦਾਸ ਜੀ ਨੇ ਉੱਤਰ ਦਿੱਤਾ, ਮੈਂ ਅਜੇ ਤੱਕ ਤਾਂ ਕਿਸੇ ਨੂੰ ਗੁਰੂ ਨਹੀਂ ਬਣਾਇਆ। ਇਹ ਸੁਣ ਕੇ ਉਸ ਬ੍ਰਹਮਚਾਰੀ ਸਾਧੂ ਨੇ ਉੱਥੋਂ ਤੁਰਨ ਦੀਆਂ ਤਿਆਰੀਆਂ ਕਰ ਲਈਆਂ। ਉਹ ਆਖਣ ਲੱਗਾ, ਰਾਮ ਰਾਮ ਰਾਮ, ਨਿਗੁਰੇ ਨਾਲ ਰਹਿ ਕੇ ਮੇਰਾ ਤਾਂ ਜਨਮ ਭ੍ਰਿਸ਼ਟ ਹੋ ਗਿਆ ਹੈ। ਨਿਗੁਰੇ ਦਾ ਤਾਂ ਦਰਸ਼ਨ ਹੀ ਬੁਰਾ ਹੈ। ਮੈਂ ਤਾਂ ਕਿੰਨੇ ਹੀ ਦਿਨ ਨਿਗੁਰੇ ਦੇ ਨਾਲ ਰਿਹਾ ਹਾਂ। ਇਸ ਤਰ੍ਹਾਂ ਉਹ ਬੁੜਬੁੜਾਉਂਦਾ ਹੋਇਆ ਉੱਥੋਂ ਚਲਾ ਗਿਆ। ਇਸ ਘਟਨਾ 'ਤੇ ਅਮਰਦਾਸ ਜੀ ਬੜੇ ਉਦਾਸ ਹੋਏ। ਉਹਨਾਂ ਦੇ ਮਨ ਨੂੰ ਬੜਾ ਦੁੱਖ ਹੋਇਆ ਅਤੇ ਉਹ ਗੁਰੂ ਜੀ ਦੀ ਭਾਲ ਵਿੱਚ ਜੁਟ ਗਏ। ਇੱਕ ਦਿਨ ਉਹਨਾਂ ਨੂੰ ਆਪਣੇ ਨਾਲ ਦੇ ਘਰੋਂ, ਜਿੱਥੇ ਉਹਨਾਂ ਦਾ ਛੋਟਾ ਭਰਾ ਰਹਿੰਦਾ ਸੀ, ਸਵੇਰ ਬੜੀ ਮਿੱਠੀ ਮਿੱਠੀ ਆਵਾਜ਼ ਵਿੱਚ ਕਿਸੇ ਦੇ ਬਾਣੀ ਪੜ੍ਹਨ ਦੀ ਆਵਾਜ਼ ਸੁਣਾਈ ਦਿੱਤੀ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੀ, ਜਿਸ ਦਾ ਜਾਪ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਕਰ ਰਹੀ ਸੀ। ਬੀਬੀ ਅਮਰੋ ਗੁਰੂ ਅਮਰਦਾਸ ਜੀ ਦੇ ਛੋਟੇ ਭਰਾ ਦੀ ਨੂੰਹ ਸੀ। ਅਜਿਹੀ ਮਿੱਠੀ ਰਸ ਭਰੀ ਬਾਣੀ ਸੁਣ ਕੇ ਅਮਰਦਾਸ ਜੀ ਗਦਗਦ ਹੋ ਉੱਠੇ। ਉਹਨਾਂ ਦੇ ਮਨ ਨੂੰ ਬੜੀ ਸ਼ਾਂਤੀ ਮਿਲੀ। ਜਦੋਂ ਦਿਨ ਚੜ੍ਹਿਆ ਤਾਂ ਉਹ ਬੀਬੀ ਅਮਰੋ ਪਾਸ ਗਏ ਅਤੇ ਪੁੱਛਿਆ, ਉਹ ਅੰਮ੍ਰਿਤ ਵੇਲੇ ਕਿਸ ਦੀ ਬਾਣੀ ਦਾ ਪਾਠ ਕਰ ਰਹੀ ਸੀ? ਬੀਬੀ ਅਮਰੋ ਨੇ ਦੱਸਿਆ, ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ, ਜਿਹੜੇ ਹੁਣ ਇਸ ਸੰਸਾਰ ਵਿੱਚ ਨਹੀਂ। ਉਹਨਾਂ ਦੀ ਗੱਦੀ 'ਤੇ ਮੇਰੇ ਪਿਤਾ ਸ੍ਰੀ ਗੁਰੂ ਅੰਗਦ ਦੇਵ ਜੀ ਬਿਰਾਜਮਾਨ ਹਨ। ਇਹ ਸੁਣ ਕੇ ਅਮਰਦਾਸ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨਾਂ ਲਈ ਬੜੀ ਤਾਂਘ ਪ੍ਰਗਟ ਕੀਤੀ ਅਤੇ ਬੀਬੀ ਅਮਰੋ ਨੂੰ ਨਾਲ ਲੈ ਕੇ ਉਹ ਖਡੂਰ ਸਾਹਿਬ ਪਹੁੰਚੇ। ਉਸ ਸਮੇਂ ਅਮਰਦਾਸ ਜੀ ਦੀ ਆਯੂ 61 ਸਾਲਾਂ ਦੀ ਸੀ ਅਤੇ ਗੁਰੂ ਅੰਗਦ ਦੇਵ ਜੀ 36 ਕੁ ਸਾਲ ਦੇ ਸਨ। ਗੁਰੂ ਸਾਹਿਬ ਦੇ ਦਰਸ਼ਨ ਕਰਕੇ ਅਮਰਦਾਸ ਜੀ ਦੀ ਆਤਮਾ ਖਿੜ ਗਈ। ਉਹਨਾਂ ਨੂੰ ਇੰਜ ਲੱਗਾ ਜਿਵੇਂ ਉਹ ਕਿਸੇ ਬੜੇ ਹੀ ਪਿਆਰੇ ਮਿੱਤਰ ਨੂੰ ਮਿਲ ਰਹੇ ਹਨ। ਗੁਰੂ ਜੀ ਦੇ ਚਿਹਰੇ ਦਾ ਜਲਾਲ ਵੇਖ ਕੇ ਉਹਨਾਂ ਨੇ ਮਹਿਸੂਸ ਕੀਤਾ ਕਿ ਉਹ ਜਿਸ ਗੁਰੂ ਦੀ ਭਾਲ ਵਿੱਚ ਸਨ, ਉਹ ਹੁਣ ਪ੍ਰਤੱਖ ਉਹਨਾਂ ਦੇ ਸਾਹਮਣੇ ਬਿਰਾਜਮਾਨ ਹਨ। ਬੜੇ ਆਦਰ ਸਤਿਕਾਰ ਨਾਲ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਮੱਥਾ ਟੇਕਿਆ। ਗੁਰੂ ਜੀ ਨੇ ਉਹਨਾਂ ਨੂੰ ਬੜੇ ਪਿਆਰ ਨਾਲ ਆਪਣੇ ਪਾਸ ਬਿਠਾ ਕੇ ਸਭਨਾਂ ਦੀ ਸੁੱਖ ਸਾਂਦ ਪੁੱਛੀ। ਅਮਰਦਾਸ ਜੀ ਗੁਰੂ ਜੀ ਦੇ ਦਰਸ਼ਨ ਕਰਕੇ ਬੜੇ ਹੀ ਨਿਹਾਲ ਹੋਏ। ਹੁਣ ਉਹ ਉਹਨਾਂ ਦੀ ਸੋਹਣੀ ਮਿੱਠੀ ਆਵਾਜ਼ ਸੁਣ ਕੇ ਪਰਮ ਆਨੰਦ ਵਿੱਚ ਸਮਾ ਗਏ। ਉਹਨਾਂ ਨੇ ਹੱਥ ਜੋੜ ਕੇ ਸਭਨਾਂ ਦੀ ਸੁੱਖ ਸਾਂਦ ਦੱਸੀ ਅਤੇ ਬੇਨਤੀ ਕੀਤੀ, ਤੁਹਾਡੇ ਦਰਸ਼ਨ ਕਰਕੇ ਅਤੇ ਪਿਆਰ ਭਰੇ ਬਚਨ ਸੁਣ ਕੇ ਮੇਰਾ ਰੋਮ ਰੋਮ ਖਿੜ ਗਿਆ ਹੈ। ਮੈਂ ਚਿਰਾਂ ਤੋਂ ਈਸ਼ਵਰ ਰੂਪੀ ਗੁਰੂ ਦੀ ਭਾਲ ਵਿੱਚ ਸਾਂ, ਜੋ ਹੁਣ ਮੈਨੂੰ ਮਿਲ ਗਿਆ ਹੈ। ਮੈਨੂੰ ਆਪਣੇ ਚਰਨਾਂ ਦੀ ਛੋਹ ਬਖਸ਼ੋ। ਆਗਿਆ ਦਿਓ ਕਿ ਮੈਂ ਆਪਣਾ ਬਾਕੀ ਜੀਵਨ ਤੁਹਾਡੀ ਸੇਵਾ ਵਿੱਚ ਗੁਜ਼ਾਰਾਂ। ਗੁਰੂ ਜੀ ਅਮਰਦਾਸ ਜੀ ਦੇ ਬਚਨ ਸੁਣ ਕੇ ਬੜੇ ਹੀ ਖੁਸ਼ ਹੋਏ। ਉਹ ਜਾਣੀ ਜਾਣ ਸਨ। ਉਹਨਾਂ ਨੇ ਪਛਾਣ ਲਿਆ ਕਿ ਗੁਰਗੱਦੀ ਦਾ ਹੱਕਦਾਰ ਆ ਪਹੁੰਚਾ ਹੈ। ਉਹਨਾਂ ਨੇ ਅਮਰਦਾਸ ਜੀ ਉੱਤੇ ਆਪਣੀ ਮਿਹਰ ਦਾ ਹੱਥ ਫੇਰਿਆ ਅਤੇ ਆਪਣਾ ਸਿੱਖ ਬਣਾ ਲਿਆ। ਅਮਰਦਾਸ ਜੀ ਖਡੂਰ ਸਾਹਿਬ ਰਹਿਣ ਲੱਗ ਪਏ ਅਤੇ ਸਾਧ ਸੰਗਤ ਦੀ ਸੇਵਾ ਵਿੱਚ ਜੁਟ ਗਏ। ਅਮਰਦਾਸ ਜੀ ਗੁਰਸਿੱਖੀ ਦੀ ਦਾਤ ਲੈ ਕੇ ਬੜੇ ਹੀ ਖੁਸ਼ ਹੋਏ। ਉਹਨਾਂ ਦੇ ਮਨ ਦੇ ਸਾਰੇ ਸੰਦੇਹ ਦੂਰ ਹੋ ਗਏ। ਸਿੱਖੀ ਦੇ ਸਿੱਧੇ ਸਾਦੇ ਅਸੂਲਾਂ ਨੇ ਉਹਨਾਂ ਨੂੰ ਮੋਹ ਲਿਆ। ਗੁਰਬਾਣੀ ਦਾ ਪਾਠ ਕਰਕੇ ਉਹ ਖੁਸ਼ੀ ਨਾਲ ਗਦਗਦ ਹੋ ਉੱਠਦੇ। ਉਹਨਾਂ ਦੇ ਮਨ ਵਿੱਚ ਹੁਣ ਸੰਤੋਖ ਅਤੇ ਸਿਦਕ ਦੀਆਂ ਕਿਰਨਾਂ ਦਾ ਚਾਨਣ ਸੀ। ਉਹਨਾਂ ਦੀ ਆਤਮਾ ਹੁਣ ਗੁਰੂ ਪਿਆਰ ਵਿੱਚ ਭਿੱਜ ਗਈ ਸੀ। ਭਾਵੇਂ ਸ੍ਰੀ ਗੁਰੂ ਅਮਰਦਾਸ ਜੀ ਉਸ ਸਮੇਂ 61 ਸਾਲਾਂ ਦੇ ਸਨ,
ਪਰ ਉਹਨਾਂ 'ਤੇ ਗੁਰੂ ਸੇਵਾ ਦੀ ਲਾਲੀ ਚੜ੍ਹੀ ਹੋਈ ਸੀ। ਉਹਨਾਂ ਦੇ ਸਰੀਰ ਵਿੱਚ ਗੁਰੂ ਨਾਨਕ ਦੀ ਬਾਣੀ ਦੇ ਅੰਮ੍ਰਿਤ ਦਾ ਸੰਚਾਰ ਸੀ। ਉਹ ਅਣਥੱਕ ਜਵਾਨਾਂ ਵਾਂਗ ਗੁਰੂ ਸੰਗਤ ਦੀ ਸੇਵਾ ਕਰਦੇ ਸਨ। ਪ੍ਰਾਤः ਕਾਲ ਉੱਠਦੇ ਤੇ ਤਾਰਿਆਂ ਦੀ ਲੋ ਵਿੱਚ ਹੀ 3-4 ਕੋਹ ਦੂਰ ਬਿਆਸਾ ਨਦੀ ਤੋਂ ਗੁਰੂ ਮਹਾਰਾਜ ਦੇ ਇਸ਼ਨਾਨ ਲਈ ਪਾਣੀ ਦੀ ਗਾਗਰ ਲਿਆਉਂਦੇ ਸਨ। ਗੁਰੂ ਜੀ ਨੂੰ ਇਸ਼ਨਾਨ ਕਰਾ ਕੇ ਫਿਰ ਲੰਗਰ ਵਿੱਚ ਤਾਜ਼ਾ ਪਾਣੀ ਪਹੁੰਚਾਉਂਦੇ ਸਨ। ਫਿਰ ਖੂਹ 'ਤੇ ਖੜ੍ਹੇ ਹੋ ਕੇ ਸਾਧ ਸੰਗਤ ਨੂੰ ਇਸ਼ਨਾਨ ਕਰਾਉਂਦੇ ਸਨ। ਲੰਗਰ ਵਰਤਣ ਵੇਲੇ ਵੀ ਉਹ ਸੰਗਤਾਂ ਦੀ ਜਲ ਨਾਲ ਸੇਵਾ ਕਰਦੇ ਤੇ ਆਪ ਸਭ ਤੋਂ ਪਿੱਛੋਂ ਪ੍ਰਸ਼ਾਦ ਛਕਦੇ। ਇੱਕ ਦਿਨ ਜਦੋਂ ਅਮਰਦਾਸ ਜੀ ਬਿਆਸ ਨਦੀ ਤੋਂ ਪਾਣੀ ਦੀ ਗਾਗਰ ਚੁੱਕੀ ਆ ਰਹੇ ਸਨ, ਰਾਹ ਵਿੱਚ ਬੜੇ ਜ਼ੋਰ ਦਾ ਮੀਂਹ ਲੱਥ ਪਿਆ। ਸਿਆਲਾਂ ਦੀ ਰੁੱਤ ਸੀ। ਇੱਕ ਬੜੀ ਜ਼ਬਰਦਸਤ ਵਾਛੜ ਤੇ ਦੂਜੀ ਠੰਡੀ ਹਵਾ ਤੇ ਤੀਜੇ ਹਨੇਰਾ ਕੁੱਪ ਘੇਰ। ਪਰ ਉਹ ਸਤਿਗੁਰ ਦੇ ਪਿਆਰੇ ਕਿਸੇ ਗੱਲ ਦੀ ਪਰਵਾਹ ਨਾ ਕਰਦੇ ਹੋਏ ਅਗਾਂਹ ਵਧੀ ਗਏ। ਗੁਰੂ ਖਡੂਰ ਸਾਹਿਬ ਦੇ ਕੋਲ ਜੁਲਾਇਆਂ ਦੀ ਟੱਠੀ ਸੀ। ਰਾਹ ਖੁੰਝ ਕੇ ਉਹ ਉੱਧਰ ਚਲੇ ਗਏ। ਉਹਨਾਂ ਦਾ ਕਿੱਲੇ ਨਾਲ ਠੇਡਾ ਲੱਗ ਗਿਆ ਤੇ ਉਹ ਡਿੱਗ ਪਏ। ਪਰ ਬਿਰਧ ਸਰੀਰ ਹੋਣ ਕਰਕੇ ਵੀ ਉਹ ਹਿੰਮਤ ਕਰਕੇ ਉੱਠ ਖੜੇ ਹੋਏ ਤੇ ਗਾਗਰ ਨੂੰ ਡੁੱਲਣ ਤੋਂ ਬਚਾ ਲਿਆ। ਖੜਾਕ ਸੁਣ ਕੇ ਜੁਲਾਏ ਨੇ ਜੁਲਾਈ ਨੂੰ ਕਿਹਾ, ਕੋਈ ਬਾਹਰ ਡਿੱਗ ਪਿਆ ਲੱਗਦਾ ਹੈ, ਪਤਾ ਨਹੀਂ ਕੌਣ ਹੈ। ਜੁਲਾਈ ਨੇ ਉੱਤਰ ਦਿੱਤਾ, ਅਮਰੂ ਨਿਥਾਵੇਂ ਤੋਂ ਸਵਾ ਹੋਰ ਕੌਣ ਹੋ ਸਕਦਾ ਹੈ। ਇਹਨੂੰ ਨਾ ਦਿਨੇ ਚੈਨ ਹੈ ਤੇ ਨਾ ਰਾਤ ਨੂੰ ਮਾਰਿਆ ਮਾਰਿਆ ਪਿਆ ਫਿਰਦਾ ਹੈ। ਜਦੋਂ ਅਮਰਦਾਸ ਜੀ ਨੇ ਜੁਲਾਈ ਦੀ ਇਹ ਗੱਲ ਸੁਣੀ ਤਾਂ ਉਹ ਕਹਿਣ ਲੱਗੇ, ਕਮਲੀਏ, ਜਿਸ ਨੂੰ ਸਤਿਗੁਰਾਂ ਦੀ ਛੱਤ ਛਾਂ ਮਿਲੀ ਹੋਵੇ ਉਹ ਨਿਥਾਵਾਂ ਕਿਵੇਂ ਹੋ ਸਕਦਾ ਹੈ। ਇਹ ਆ ਕੇ ਉਹ ਗੁਰੂ ਘਰ ਵੱਲ ਚਲੇ ਗਏ। ਉੱਥੇ ਪਹੁੰਚ ਕੇ ਗੁਰੂ ਸਾਹਿਬ ਨੂੰ ਇਸ਼ਨਾਨ ਕਰਵਾਇਆ ਤੇ ਫਿਰ ਆਪਣੇ ਨਿਤਨੇਮ ਵਿੱਚ ਜੁਟ ਗਏ। ਦਿਨ ਚੜ੍ਹਨ 'ਤੇ ਉਹ ਜੁਲਾਇਆ ਗੁਰੂ ਅੰਗਦ ਦੇਵ ਜੀ ਪਾਸ ਆਇਆ। ਉਹਨੇ ਸਾਰੀ ਗੱਲ ਦੱਸੀ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਮਹਾਰਾਜ, ਮੇਰੀ ਵਹੁਟੀ ਉਦੋਂ ਦੀ ਪਾਗਲ ਹੋ ਗਈ ਏ ਜਦੋਂ ਦੇ ਉਹਨੇ ਅਮਰਦਾਸ ਜੀ ਬਾਰੇ ਬੋਲ ਬਚਨ ਬੋਲੇ ਹਨ। ਤੁਸੀਂ ਦਇਆ ਦੇ ਪੁੰਜੋ, ਮਿਹਰ ਕਰੋ ਤੇ ਉਹਨੂੰ ਖਿਮਾ ਕਰੋ। ਸਤਿਗੁਰਾਂ ਨੇ ਇਹ ਸੁਣ ਕੇ ਅਮਰਦਾਸ ਜੀ ਦੇ ਸ਼ਾਂਤ ਤੇ ਤੇਜਸਵੀ ਚਿਹਰੇ ਵੱਲ ਤੱਕਿਆ ਤੇ ਉਹ ਭਰਪੂਰ ਪਿਆਰ ਨਾਲ ਕਹਿਣ ਲੱਗੇ, ਮੇਰਾ ਅਮਰਦਾਸ ਤਾਂ ਨਿਥਾਵੇਂ ਦੀ ਥਾਂ ਏ, ਮੇਰਾ ਅਮਰਦਾਸ ਤਾਂ ਨਿਆਸਰਿਆਂ ਦਾ ਆਸਰਾ ਏ, ਮੇਰਾ ਅਮਰਦਾਸ ਤਾਂ ਨਿਮਾਣਿਆਂ ਦਾ ਮਾਣ ਏ। ਚੰਗਾ ਤੂੰ ਜਾ, ਤੇਰੀ ਜੁਲਾਈ ਨੂੰ ਬਖਸ਼ਿਆ। ਇਹ ਸੁਣ ਕੇ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ 'ਤੇ ਡਿੱਗ ਪਏ ਤੇ ਹੱਥ ਜੋੜ ਕੇ ਉਹਨਾਂ ਦੀ ਮਿਹਰ ਮੰਗੀ। ਗੋਂਦਾ ਨਾਮੀ ਇੱਕ ਮਰਵਾਏ ਖੱਤਰੀ ਨੇ ਗੁਰੂ ਅੰਗਦ ਦੇਵ ਜੀ ਨੂੰ ਬਿਆਸ ਨਦੀ ਦੇ ਕੋਲ ਇੱਕ ਨਗਰ ਵਸਾਉਣ ਲਈ ਬੇਨਤੀ ਕੀਤੀ। ਉਹਨੇ ਆਪ ਕਈ ਵਾਰ ਯਤਨ ਕੀਤਾ ਕਿ ਪਰ ਨਗਰ ਵਸ ਨਹੀਂ ਸਕਿਆ। ਗੁਰੂ ਜੀ ਨੇ ਉਹਦੀ ਬੇਨਤੀ ਮੰਨ ਲਈ ਤੇ ਅਮਰਦਾਸ ਜੀ ਨੂੰ ਨਵਾਂ ਨਗਰ ਵਸਾਉਣ ਲਈ ਗੋਂਦੇ ਦੇ ਨਾਲ ਭੇਜਿਆ। ਨਗਰ ਵਸ ਪਿਆ ਤੇ ਉਹਦਾ ਨਾਂ ਗੋਂਦਵਾਲ ਰੱਖਿਆ ਗਿਆ। ਗੋਂਦੇ ਨੇ ਅਮਰਦਾਸ ਜੀ ਲਈ ਉੱਥੇ ਇੱਕ ਸੁੰਦਰ ਮਕਾਨ ਬਣਾ ਦਿੱਤਾ। ਗੁਰੂ ਜੀ ਦੇ ਹੁਕਮ ਅਨੁਸਾਰ ਉਹ ਉੱਥੇ ਹੀ ਰਹਿਣ ਲੱਗ ਪਏ ਤੇ ਉਹਨਾਂ ਆਪਣਾ ਸਾਰਾ ਪਰਿਵਾਰ ਵੀ ਬਾਸਰਕੇ ਤੋਂ ਗੋਂਦਵਾਲ ਬੁਲਾ ਲਿਆ। ਗੋਂਦਵਾਲ ਵਿੱਚ ਰਹਿੰਦਿਆਂ ਵੀ ਅਮਰਦਾਸ ਜੀ ਨੇ ਆਪਣਾ ਨਿਤਨੇਮ ਜਾਰੀ ਰੱਖਿਆ। ਉਹ ਅੰਮ੍ਰਿਤ ਵੇਲੇ ਗੋਂਦਵਾਲ ਤੋਂ ਪਾਣੀ ਦੀ ਗਾਗਰ ਲੈ ਜਾਂਦੇ, ਗੁਰੂ ਜੀ ਨੂੰ ਇਸ਼ਨਾਨ ਕਰਾਉਂਦੇ ਤੇ ਫਿਰ ਲੰਗਰ ਦੀ ਸੇਵਾ ਵਿੱਚ ਲੱਗ ਜਾਂਦੇ ਤੇ ਸ਼ਾਮ ਨੂੰ ਮੁੜ ਗੋਂਦਵਾਲ ਆ ਜਾਂਦੇ। ਕੁਝ ਚਿਰ ਮਗਰੋਂ ਗੁਰੂ ਜੀ ਨੇ ਅਮਰਦਾਸ ਜੀ ਨੂੰ ਆਗਿਆ ਕੀਤੀ, ਤੁਸੀਂ ਹੁਣ ਖੇਚਲ ਨਾ ਕਰਿਆ ਕਰੋ ਤੇ ਗੋਂਦਵਾਲ ਹੀ ਰਿਹਾ ਕਰੋ। ਅਸੀਂ ਤੁਹਾਨੂੰ ਮਿਲਣ ਗੋਂਦਵਾਲ ਆਪ ਆਇਆ ਕਰਾਂਗੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਗੱਦੀ ਆਪਣੇ ਪੁੱਤਰਾਂ ਨੂੰ ਨਹੀਂ ਬਲਕਿ ਆਪਣੇ ਪਿਆਰੇ ਸੇਵਕ ਲਹਿਣਾ ਜੀ ਨੂੰ ਬਖਸ਼ੀ ਸੀ, ਕਿਉਂਕਿ ਗੁਰੂ ਜੀ ਉਹਨਾਂ ਨੂੰ ਇਸ ਹੀ ਯੋਗ ਸਮਝਦੇ ਸਨ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੇ ਗੁਰਗੱਦੀ ਅਮਰਦਾਸ ਜੀ ਨੂੰ ਦੇਣ ਦਾ ਫੈਸਲਾ ਕੀਤਾ, ਪਰ ਉਹਨਾਂ ਦੇ ਪੁੱਤਰ ਗੁਰਗੱਦੀ ਤੇ ਆਪਣਾ ਹੱਕ ਸਮਝਦੇ ਸਨ। ਗੁਰੂ ਅੰਗਦ ਦੇਵ ਜੀ ਨੇ ਆਪਣੇ ਦੋਹਾਂ ਸਾਹਿਬਜ਼ਾਦਿਆਂ ਦਾਸੂ ਜੀ ਅਤੇ ਦਾਤੂ ਜੀ ਨੂੰ ਬਹੁਤ ਸਮਝਾਇਆ ਕਿ ਗੁਰਗੱਦੀ ਵਿਰਾਸਤ ਵਿੱਚ ਨਹੀਂ ਮਿਲਦੀ, ਇਸ ਨੂੰ ਪ੍ਰਾਪਤ ਕਰਨ ਲਈ ਕਮਾਈ ਕਰਨੀ ਪੈਂਦੀ ਹੈ, ਆਪਣਾ ਆਪ ਵਾਰਨਾ ਪੈਂਦਾ ਹੈ। ਇਹ ਕੋਈ ਜਗੀਰ ਨਹੀਂ, ਇਹ ਕਰੜੀਆਂ ਜ਼ਿੰਮੇਵਾਰੀਆਂ ਦੀ ਪੰਡ ਹੈ। ਪਰ ਉਹਨਾਂ 'ਤੇ ਇਸ ਦਾ ਕੋਈ ਅਸਰ ਨਾ ਹੋਇਆ। ਗੁਰੂ ਅੰਗਦ ਦੇਵ ਜੀ ਨੇ 26 ਮਾਰਚ 1552 ਨੂੰ ਸਾਰੀ ਸੰਗਤ ਦੀ ਹਾਜ਼ਰੀ ਵਿੱਚ ਅਮਰਦਾਸ ਜੀ ਅੱਗੇ 5 ਪੈਸੇ ਅਤੇ ਨਰੇਲ ਰੱਖ ਕੇ ਮੱਥਾ ਟੇਕਿਆ ਤੇ ਬਾਬਾ ਬੁੱਢਾ ਜੀ ਨੇ ਉਹਨਾਂ ਨੂੰ ਗੁਰਿਆਈ ਦਾ ਤਿਲਕ ਲਾਇਆ। ਗੁਰਗੱਦੀ ਸੌਂਪ ਕੇ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾ ਗਏ। ਗੁਰੂ ਅੰਗਦ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਦਾਸੂ ਜੀ ਨੇ ਆਪਣੇ ਆਪ ਨੂੰ ਗੁਰੂ ਬਣਾ ਲਿਆ ਤੇ ਫਿਰ ਲੋਕਾਂ ਨੂੰ ਅਸੀਸਾਂ ਤੇ ਵਰ ਦੇਣ ਲੱਗ ਪਏ। ਪਰ ਇਸ ਤਰ੍ਹਾਂ ਕਰਨ ਨਾਲ ਉਹਨਾਂ ਦਾ ਸਿਰ ਫਿਰ ਗਿਆ ਤੇ ਉਹ ਪਾਗਲ ਹੋ ਗਏ। ਮਾਤਾ ਖੀਵੀ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਇਹ ਸਭ ਤਕਲੀਫ ਆਪਣੇ ਪਿਤਾ ਜੀ ਦੀ ਆਗਿਆ ਨਾ ਮੰਨਣ ਕਰਕੇ ਹੋਈ ਹੈ। ਮਾਤਾ ਜੀ ਦੇ ਆਖੇ ਲੱਗ ਕੇ ਉਹ ਗੋਂਦਵਾਲ ਗਏ ਤੇ ਗੁਰੂ ਅਮਰਦਾਸ ਜੀ ਦੇ ਚਰਨਾਂ ਤੇ ਡਿੱਗ ਪਏ ਤੇ ਆਪਣੇ ਅਪਰਾਧ ਦੀ ਖਿਮਾ ਮੰਗੀ। ਦਇਆ ਤੇ ਮਿਹਰ ਦੇ ਸਾਗਰ ਸਤਿਗੁਰਾਂ ਨੇ ਉਹਨਾਂ ਨੂੰ ਖਿਮਾ ਕਰ ਦਿੱਤਾ ਤੇ ਅਸੀਸ ਦਿੱਤੀ। ਦਾਸੂ ਜੀ ਬਿਲਕੁਲ ਰਾਜੀ ਹੋ ਗਏ ਤੇ ਮੁੜ ਉਹਨਾਂ ਨੇ ਕਦੇ ਗੁਰਗੱਦੀ ਦਾ ਖਿਆਲ ਤੱਕ ਨਹੀਂ ਕੀਤਾ। ਪਰ ਦਾਤੂ ਜੀ ਗੁਰੂ ਅਮਰਦਾਸ ਜੀ ਨਾਲ ਬੜੀ ਈਰਖਾ ਕਰਦੇ ਰਹੇ। ਇੱਕ ਦਿਨ ਕ੍ਰੋਧ ਵਿੱਚ ਆ ਕੇ ਦਾਤੂ ਜੀ ਨੇ ਸੰਗਤਾਂ ਦੇ ਸਾਹਮਣੇ ਗੁਰੂ ਅਮਰਦਾਸ ਜੀ ਨੂੰ ਲੱਤ ਕੱਢ ਮਾਰੀ। ਗੁਰੂ ਜੀ ਉਹਦੇ ਪੈਰ ਕੁੱਟਣ ਲੱਗ ਪਏ ਤੇ ਕਹਿਣ ਲੱਗੇ, ਮੇਰਾ ਸਰੀਰ ਬਿਰਧ ਹੈ, ਤੁਹਾਡੇ ਪੈਰ ਨੂੰ ਸੱਟ ਲੱਗ ਗਈ ਹੋਣੀ ਹੈ, ਤੁਸੀਂ ਮੇਰੇ ਸਤਿਗੁਰ ਦੇ ਪੁੱਤਰ ਹੋ, ਦੱਸੋ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ। ਲੱਤ ਮਾਰਨ ਦੀ ਕੀ ਲੋੜ ਸੀ। ਇਸ ਤੇ ਦਾਤੂ ਜੀ ਕਿਰਨਾਂ ਨਾਲ ਕਹਿਣ ਲੱਗੇ, ਗੁਰਗੱਦੀ ਦਾ ਮਾਲਕ ਮੈਂ ਹਾਂ, ਤੂੰ ਸਾਡਾ ਨੌਕਰ ਹੈ, ਤੂੰ ਇੱਥੋਂ ਚਲਾ ਜਾ।
ਸ਼ਾਂਤੀ ਦੇ ਪੁੰਜ ਗੁਰੂ ਅਮਰਦਾਸ ਜੀ ਉੱਥੋਂ ਚਲੇ ਗਏ। ਉਹਨਾਂ ਦੇ ਮਗਰ ਮਗਰ ਹੀ ਸੰਗਤ ਵੀ ਉੱਠ ਕੇ ਚਲੀ ਗਈ। ਦਾਤੂ ਜੀ ਦੇ ਦੀਵਾਨ ਵਿੱਚ ਜਦੋਂ ਕਾਂ ਬੋਲਣ ਲੱਗ ਪਏ ਤਾਂ ਉੱਥੋਂ ਲੰਗਰ ਆਦਿ ਦਾ ਸਾਰਾ ਸਮਾਨ ਖੱਚਰਾਂ 'ਤੇ ਲੱਦ ਕੇ ਖਡੂਰ ਸਾਹਿਬ ਵੱਲ ਤੁਰ ਪਏ। ਰਾਹ ਵਿੱਚ ਡਾਕੂਆਂ ਨੇ ਸਭ ਕੁਝ ਲੁੱਟ ਲਿਆ ਤੇ ਦਾਸੂ ਜੀ ਦੇ ਪੈਰ 'ਤੇ ਸਖਤ ਸੱਟ ਲੱਗੀ, ਜਿਸ ਕਾਰਨ ਉਹਨਾਂ ਨੂੰ ਬੜਾ ਕਸ਼ਟ ਹੋਇਆ। ਸੰਨ ਸਾਹਿਬ ਖਡੂਰ ਤੋਂ ਚੱਲ ਕੇ ਗੁਰੂ ਅਮਰਦਾਸ ਜੀ ਆਪਣੇ ਜਨਮ ਸਥਾਨ ਬਾਸਰ ਕੇ ਪਹੁੰਚੇ। ਉੱਥੇ ਉਹ ਪਿੰਡੋਂ ਬਾਹਰ ਇੱਕ ਕੋਠੇ ਵਿੱਚ ਜਾ ਟਿਕੇ ਤੇ ਭਜਨ ਬੰਦਗੀ ਵਿੱਚ ਜੁਟ ਗਏ। ਬਾਹਰ ਦਰਵਾਜ਼ੇ 'ਤੇ ਉਹਨਾਂ ਨੇ ਲਿਖ ਕੇ ਲਾ ਦਿੱਤਾ, ਜੇ ਕੋਈ ਇਸ ਬੂਹੇ ਨੂੰ ਖੋਲ੍ਹੇਗਾ ਉਹ ਸਾਡਾ ਸਿੱਖ ਨਹੀਂ ਹੋਵੇਗਾ ਤੇ ਨਾ ਹੀ ਅਸੀਂ ਉਹਦੇ ਗੁਰੂ ਹੋਵਾਂਗੇ। ਗੁਰੂ ਅਮਰਦਾਸ ਜੀ ਦੇ ਗੋਂਦਵਾਲ ਤੋਂ ਚੱਲਣ ਜਾਣ ਕਰਕੇ ਸਿੱਖ ਸੰਗਤਾਂ ਬਹੁਤ ਦੁਖੀ ਹੋਈਆਂ। ਉਹਨਾਂ ਨੇ ਬਾਬਾ ਬੁੱਢਾ ਜੀ ਪਾਸ ਜਾ ਕੇ ਬੇਨਤੀ ਕੀਤੀ ਕਿ ਗੁਰੂ ਜੀ ਦੀ ਭਾਲ ਕੀਤੀ ਜਾਏ। ਬਾਬਾ ਜੀ ਨੇ ਇਹਨਾਂ ਦੀ ਬੇਨਤੀ ਮੰਨ ਲਈ। ਉਹਨਾਂ ਗੋਂਦਵਾਲ ਲਾ ਕੇ ਗੁਰੂ ਜੀ ਦੀ ਘੋੜੀ 'ਤੇ ਕਾਠੀ ਪਾਈ ਤੇ ਉਹਨੂੰ ਖੁੱਲ੍ਹਿਆਂ ਛੱਡ ਦਿੱਤਾ ਤੇ ਆਪ ਉਹਦੇ ਮਗਰ ਮਗਰ ਤੁਰ ਪਏ। ਘੋੜੀ ਉਸ ਸਥਾਨ ਦੇ ਲਾਗੇ ਜਾ ਖੜੀ ਹੋਈ ਜਿੱਥੇ ਗੁਰੂ ਜੀ ਬੈਠੇ ਭਜਨ ਕਰ ਰਹੇ ਸਨ। ਜਦੋਂ ਬਾਬਾ ਬੁੱਢਾ ਜੀ ਨੇ ਬੂਹੇ ਉੱਤੇ ਲਿਖਿਆ ਹੋਇਆ ਗੁਰੂ ਜੀ ਦਾ ਫੁਰਮਾਨ ਪੜ੍ਹਿਆ ਤਾਂ ਉਹ ਨਿਰਾਸ਼ ਹੋ ਗਏ। ਪਰ ਬਾਬਾ ਜੀ ਨੇ ਇੱਕ ਵਿਉਂਤ ਸੋਚੀ। ਉਹ ਪਿੱਛੋਂ ਦੀ ਸੰਨ ਲਾ ਕੇ ਕੋਠੇ ਦੇ ਅੰਦਰ ਚਲੇ ਗਏ ਤੇ ਗੁਰੂ ਚਰਨਾਂ 'ਤੇ ਮੱਥਾ ਟੇਕਿਆ ਤੇ ਹੱਥ ਜੋੜ ਕੇ ਬੇਨਤੀ ਕੀਤੀ, ਸੰਗਤਾਂ ਤੁਹਾਡੇ ਦਰਸ਼ਨ ਲਈ ਬੜੀ ਤਾਂਘ ਨਾਲ ਉਡੀਕ ਕਰ ਰਹੀਆਂ ਨੇ, ਮਿਹਰ ਕਰਕੇ ਦਰਸ਼ਨ ਦਿਓ। ਜੇ ਮੈਥੋਂ ਕੋਈ ਭੁੱਲ ਹੋ ਗਈ ਹੋਵੇ ਤਾਂ ਮੈਨੂੰ ਖਿਮਾ ਕਰਨੀ। ਮੈਂ ਬੂਹੇ 'ਤੇ ਲਿਖੇ ਤੁਹਾਡੇ ਹੁਕਮ ਦੀ ਉਲੰਘਣਾ ਨਹੀਂ ਕੀਤੀ। ਗੁਰੂ ਅਮਰਦਾਸ ਜੀ ਬਾਬਾ ਜੀ ਦੇ ਬਚਨ ਸੁਣ ਕੇ ਹੱਸ ਪਏ ਤੇ ਉਹਨਾਂ ਬਾਹਰ ਆ ਕੇ ਸੰਗਤਾਂ ਨੂੰ ਦਰਸ਼ਨ ਦਿੱਤੇ। ਫਿਰ ਸੰਗਤਾਂ ਨਾਲ ਉਹ ਗੋਂਦਵਾਲ ਚਲੇ ਗਏ। ਬਾਦਸ਼ਾਹ ਅਕਬਰ ਗੋਂਦਵਾਲ ਦਿੱਲੀ ਤੋਂ ਲਾਹੌਰ ਜਾਣ ਵਾਲੀ ਸ਼ਾਹੀ ਸੜਕ 'ਤੇ ਸਥਿਤ ਸੀ। ਇੱਕ ਵਾਰੀ 1565 ਈਸਵੀ ਵਿੱਚ ਬਾਦਸ਼ਾਹ ਅਕਬਰ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਗੋਂਦਵਾਲ ਰੁਕਿਆ। ਉਹਨੂੰ ਸਤਿਗੁਰਾਂ ਬਾਰੇ ਪਤਾ ਸੀ ਕਿਉਂਕਿ ਉਹਦੇ ਦਾਦੇ ਬਾਬਰ ਨੇ ਗੁਰੂ ਨਾਨਕ ਦੇਵ ਜੀ ਅਤੇ ਪਿਤਾ ਹਿਮਾਯੂ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ ਸਨ। ਅਕਬਰ ਗੁਰੂ ਅਸਥਾਨ ਤੋਂ ਕੁਝ ਦੂਰ ਘੋੜੇ ਤੋਂ ਉਤਰ ਗਿਆ ਤੇ ਨੰਗੇ ਪੈਰ ਗੁਰੂ ਦਰਸ਼ਨਾਂ ਲਈ ਆਇਆ। ਉਹਨੂੰ ਦੱਸਿਆ ਗਿਆ ਕਿ ਗੁਰੂ ਦਰਸ਼ਨਾਂ ਤੋਂ ਪਹਿਲਾਂ ਪੰਗਤ ਵਿੱਚ ਬਹਿ ਕੇ ਪ੍ਰਸ਼ਾਦ ਛਕਣਾ ਜ਼ਰੂਰੀ ਹੈ। ਸੋ ਉਹਨੇ ਇਸੇ ਤਰ੍ਹਾਂ ਹੀ ਕੀਤਾ। ਪ੍ਰਸ਼ਾਦ ਛਕ ਕੇ ਜਦੋਂ ਉਹਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤੇ ਉਹਨਾਂ ਦੇ ਸੁੰਦਰ ਮਿੱਠੇ ਬਚਨ ਸੁਣੇ ਤਾਂ ਬੜਾ ਖੁਸ਼ ਹੋਇਆ। ਉਹਨੇ ਲੰਗਰ ਲਈ ਜਾਗੀਰ ਦੇਣੀ ਚਾਹੀ ਪਰ ਗੁਰੂ ਸਾਹਿਬ ਨੇ ਨਾ ਕਰ ਦਿੱਤੀ। ਬਾਅਦ ਵਿੱਚ ਇਸੇ ਥਾਂ 'ਤੇ ਸ੍ਰੀ ਅੰਮ੍ਰਿਤਸਰ ਵਸਿਆ। ਲੋਕ ਸੁਧਾਰ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਵਿੱਚ ਕਿਸੇ ਕਿਸਮ ਦੀ ਊਚ ਨੀਚ ਜਾਂ ਛੂਤ ਛਾਤ ਨਹੀਂ ਮੰਨੀ। ਉਹ ਸਭਨਾਂ ਨੂੰ ਬਰਾਬਰ ਜਾਣਦੇ ਸਨ। ਉਹਨਾਂ ਦੀਆਂ ਨਜ਼ਰਾਂ ਵਿੱਚ ਕੋਈ ਖੱਤਰੀ, ਬ੍ਰਾਹਮਣ ਜਾਂ ਸ਼ੂਦਰ ਨਹੀਂ ਸੀ। ਕੇਵਲ ਕਰਮਾਂ ਦੁਆਰਾ ਹੀ ਮਨੁੱਖ ਚੰਗਾ ਜਾਂ ਮੰਦਾ ਬਣਦਾ ਹੈ। ਚੰਗੇ ਕੰਮ ਕਰਨ ਵਾਲਾ ਦੁਨੀਆ ਵਿੱਚ ਜਸ ਖੱਟਦਾ ਹੈ ਤੇ ਆਪ ਵੀ ਖੁਸ਼ ਰਹਿੰਦਾ ਹੈ। ਮੰਦੇ ਕੰਮ ਕਰਨ ਵਾਲੇ ਨੂੰ ਭੈੜਾ ਆਖਦੇ ਹਨ ਤੇ ਉਹ ਆਪ ਵੀ ਦੁਖੀ ਰਹਿੰਦਾ ਹੈ। ਗੁਰੂ ਜੀ ਈਸ਼ਵਰ ਭਗਤੀ, ਉਹਦੇ ਨਾਮ ਦਾ ਕੀਰਤਨ ਅਤੇ ਪਾਣਾ ਮੰਨਣ 'ਤੇ ਸਦਾ ਜ਼ੋਰ ਦਿੰਦੇ ਸਨ ਕਿਉਂਕਿ ਇਹਨਾਂ ਨਾਲ ਹੀ ਮਨ ਨੂੰ ਸ਼ਾਂਤੀ ਮਿਲਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਆਪ ਪਰਮਾਤਮਾ ਦਾ ਜਸ ਗਾਉਂਦੇ ਹੁੰਦੇ ਸਨ। ਉਹਨਾਂ ਦੇ ਨਾਲ ਰਬਾਬ ਵਜਾਉਣ ਵਾਲਾ ਮਰਦਾਨਾ ਹੁੰਦਾ ਸੀ। ਉਹਨੇ ਆਪ ਵੀ ਬਾਣੀ ਰਾਗਾਂ ਵਿੱਚ ਲਿਖੀ। ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਦੱਸੇ ਰਾਹ 'ਤੇ ਤੁਰਦਿਆਂ ਲੋਕਾਂ ਦਾ ਸੁਧਾਰ ਕੀਤਾ। ਲੋਕਾਂ ਦੇ ਮਨਾਂ ਵਿੱਚੋਂ ਵਹਿਮ, ਡਰ ਤੇ ਘਿਰਨਾ ਨੂੰ ਗੁਰਬਾਣੀ ਦੇ ਪ੍ਰਚਾਰ ਨਾਲ ਦੂਰ ਕੀਤਾ। ਲੋਕਾਂ ਨੂੰ ਕਰਤਾਰ ਦਾ ਭਾਣਾ ਮੰਨਣ, ਕਿਰਤ ਕਰਨ ਅਤੇ ਆਪਣੀ ਕਮਾਈ ਵਿੱਚੋਂ ਦੂਜਿਆਂ ਦੀ ਸੇਵਾ ਕਰਨ ਦਾ ਉਪਦੇਸ਼ ਦਿੱਤਾ। ਗੁਰੂ ਅਮਰਦਾਸ ਜੀ ਨੇ ਲੋਕ ਸੁਧਾਰ ਵੱਲ ਖਾਸ ਧਿਆਨ ਦਿੱਤਾ ਤੇ ਜਿੱਥੇ ਵੀ ਕਿਸੇ ਨੂੰ ਉੱਚੀ ਜਾਤੀ ਨਾਲ ਕਾਰਨ ਹੰਕਾਰ ਕਰਦਾ ਵੇਖਿਆ, ਉਹਦਾ ਹੰਕਾਰ ਦੂਰ ਕੀਤਾ। ਇੱਕ ਵਾਰ ਪ੍ਰਿਥੀ ਮਲ ਤੇ ਤੁਲਸਾ, ਦੋ ਭੱਲੇ ਜਾਤ ਦੇ ਖੱਤਰੀ ਗੁਰੂ ਜੀ ਦੇ ਦੀਵਾਨ ਵਿੱਚ ਆਏ ਤੇ ਕਹਿਣ ਲੱਗੇ, ਮਹਾਰਾਜ ਤੁਸੀਂ ਵੀ ਭੱਲੇ ਹੋ, ਅਸੀਂ ਇਸੇ ਮਾਨ ਨਾਲ ਤੁਹਾਡੇ ਪਾਸ ਆਏ ਹਾਂ ਕਿ ਅਸੀਂ ਵੀ ਭੱਲੇ ਹਾਂ। ਗੁਰੂ ਜੀ ਨੇ ਇਹ ਸੁਣ ਕੇ ਉੱਤਰ ਦਿੱਤਾ, ਸਾਡੀ ਕੋਈ ਜਾਤ ਨਹੀਂ, ਅਸੀਂ ਤਾਂ ਕੇਵਲ ਮਨੁੱਖ ਹਾਂ। ਅਤੇ ਉਹਨਾਂ ਨੂੰ ਪਿਆਰ ਨਾਲ ਸਮਝਾਇਆ ਕਿ ਜਾਤ ਦਾ ਮਾਣ ਕਰਨਾ ਠੀਕ ਨਹੀਂ। ਉੱਚ ਜਾਤੀਆਂ ਕੇਵਲ ਉਹ ਹੁੰਦੀਆਂ ਹਨ ਜੋ ਉੱਚੇ ਤੇ ਨੇਕ ਕੰਮ ਕਰਨ। ਸ੍ਰੀ ਗੁਰੂ ਅਮਰਦਾਸ ਜੀ ਨੇ ਛੂਤ ਛਾਤ ਦੇ ਭਰਮਾਂ ਨੂੰ ਦੂਰ ਕਰਨ ਦਾ ਬੜਾ ਯਤਨ ਕੀਤਾ। ਉਹਨਾਂ ਨੇ ਹੁਕਮ ਕਰ ਦਿੱਤਾ ਕਿ ਜੋ ਵੀ ਸਾਡੇ ਦਰਸ਼ਨਾਂ ਲਈ ਆਏ ਉਹ ਪਹਿਲਾਂ ਲੰਗਰ ਵਿੱਚ ਬਹਿ ਕੇ ਪ੍ਰਸ਼ਾਦ ਛਕੇ। ਇਸ ਨਾਲ ਸਭ ਜਾਤਾਂ ਦੇ ਲੋਕਾਂ ਨੂੰ ਇਕੱਠਿਆਂ ਇੱਕ ਪੰਗਤ ਵਿੱਚ ਬਹਿ ਕੇ ਛਕਣਾ ਪੈਂਦਾ ਸੀ। ਇਹ ਨੇਮ ਨਿੱਕੇ ਵੱਡੇ ਸਭ 'ਤੇ ਲਾਗੂ ਸੀ, ਭਾਵੇਂ ਉਹ ਬਾਦਸ਼ਾਹ ਹੋਏ ਭਾਵੇਂ ਫਕੀਰ। ਗੁਰੂ ਜੀ ਵੱਲੋਂ ਇਸ ਲੀਹ ਨੂੰ ਚਲਾਏ ਜਾਣ ਨਾਲ ਲੋਕਾਂ ਵਿੱਚ ਕਾਫੀ ਹੱਦ ਤੱਕ ਊਚ ਨੀਚ ਘਟ ਗਈ। ਜਾਤ ਪਾਤ ਦੇ ਬੰਧਨਾਂ ਨੂੰ ਤੋੜਨ ਲਈ ਗੁਰੂ ਅਮਰਦਾਸ ਜੀ ਨੇ ਬੜਾ ਉਦਮ ਕੀਤਾ। ਗੁਰੂ ਜੀ ਨੇ ਆਪਣੀਆਂ ਸਪੁੱਤਰੀਆਂ ਦੇ ਵਿਆਹ ਵਿੱਚ ਜਾਤ ਪਾਤ ਦਾ ਕਿਸੇ ਕਿਸਮ ਦਾ ਖਿਆਲ ਨਹੀਂ ਰੱਖਿਆ। ਆਪਣੀ ਵੱਡੀ ਸਪੁੱਤਰੀ ਬੀਬੀ ਦਾਨੀ ਜੀ ਦਾ ਵਿਆਹ ਰਾਮਾ ਜੀ ਨਾਂ ਵਾਲੇ ਇੱਕ ਸਧਾਰਨ ਸਿੱਖ ਨਾਲ ਕੀਤਾ ਤੇ ਬੀਬੀ ਭਾਨੀ ਜੀ ਲਈ ਜੇਠਾ ਜੀ ਨੂੰ ਜਾਤ ਪਾਤ ਦੀ ਪੁੱਛ ਗਿੱਛ ਕੀਤੇ ਬਿਨਾਂ ਹੀ ਚੁਣਿਆ। ਗੁਰੂ ਅਮਰਦਾਸ ਜੀ ਨੇ ਇਸਤਰੀ ਜਾਤੀ ਨੂੰ ਬੜਾ ਸਤਿਕਾਰਿਆ। ਉਹਨਾਂ ਨੂੰ ਉੱਚਿਆਂ ਕਰਨ ਤੇ ਮਾਣ ਦੇਣ ਵਾਲੀ ਪਦਵੀ ਦੀ ਪੂਰੀ ਕੋਸ਼ਿਸ਼ ਕੀਤੀ। ਉਹਨਾਂ ਨੇ ਕੁੰਡ ਕੱਢਣ ਦੇ ਰਿਵਾਜ ਨੂੰ ਦੂਰ ਕੀਤਾ। ਸਭ ਮਾਈਆਂ ਬੀਬੀਆਂ ਖੁੱਲ੍ਹੇ ਮੂੰਹ ਸੰਗਤ ਵਿੱਚ ਆਉਂਦੀਆਂ ਸਨ।
ਉਹ ਲੰਗਰ ਵਿੱਚ ਸੇਵਾ ਕਰਦੀਆਂ ਤੇ ਸਾਰਿਆਂ ਨਾਲ ਪੰਗਤ ਵਿੱਚ ਬਹਿ ਕੇ ਪ੍ਰਸ਼ਾਦ ਛਕਦੀਆਂ ਸਨ। ਇੱਕ ਵਾਰ ਹਰੀਪੁਰ ਦੇ ਰਾਜੇ ਦੀਆਂ ਰਾਣੀਆਂ ਗੁਰੂ ਜੀ ਦੇ ਦਰਸ਼ਨਾਂ ਲਈ ਆਈਆਂ। ਉਹਨਾਂ ਨੇ ਘੁੰਡ ਕੱਢੇ ਹੋਏ ਸਨ। ਗੁਰੂ ਜੀ ਦੇ ਉਪਦੇਸ਼ ਪਿੱਛੋਂ ਉਹਨਾਂ ਨੇ ਫੇਰ ਪਰਦਾ ਨਹੀਂ ਕੀਤਾ। ਗੁਰੂ ਜੀ ਨੇ ਸਤੀ ਹੋਣ ਦੀ ਰਸਮ ਨੂੰ ਨਿੰਦਿਆ ਤੇ ਇਸ ਨੂੰ ਹਟਾਉਣ ਦਾ ਯਤਨ ਕੀਤਾ। ਉਹਨਾਂ ਨੇ ਬੁਰੀਆਂ ਰੀਤਾਂ ਤੇ ਰਿਵਾਜ਼ਾਂ ਨੂੰ ਦੂਰ ਕਰਨ ਲਈ ਪੂਰਾ ਜ਼ੋਰ ਲਾਇਆ। ਉਹਨਾਂ ਨੇ ਲੋਕਾਂ ਨੂੰ ਸਿੱਖ ਮਰਿਆਦਾ ਵਿੱਚ ਰਹਿੰਦਿਆਂ ਉੱਚਾ ਸੁੱਚਾ ਤੇ ਸੋਹਣਾ ਜੀਵਨ ਬਸਰ ਕਰਨ ਦਾ ਰਾਹ ਦੱਸਿਆ। ਬੌਲੀ ਸਾਹਿਬ ਗੋਂਦਵਾਲ ਉਸ ਵੇਲੇ ਲਾਹੌਰ ਅਤੇ ਦਿੱਲੀ ਜਾਣ ਵਾਲੀ ਸੜਕ 'ਤੇ ਸੀ, ਇਸ ਲਈ ਇੱਥੇ ਲੋਕਾਂ ਦਾ ਲਾਂਘਾ ਆਮ ਸੀ। ਗੁਰੂ ਅਮਰਦਾਸ ਜੀ ਦਾ ਨਿਵਾਸ ਸਥਾਨ ਹੋਣ ਕਰਕੇ ਇੱਥੇ ਬਹੁਤ ਰੌਣਕ ਲੱਗੀ ਰਹਿੰਦੀ ਸੀ। ਗੁਰੂ ਕਾ ਲੰਗਰ ਸਭਨਾਂ ਲਈ ਖੁੱਲ੍ਹਾ ਸੀ। ਉੱਥੇ ਜ਼ਾਤ ਪਾਤ ਜਾਂ ਦੀਨ ਧਰਮ ਦਾ ਕੋਈ ਲਿਹਾਜ਼ ਨਹੀਂ ਸੀ। ਕੋਈ ਵੀ ਲੰਗਰ ਵਿੱਚੋਂ ਪੇਟ ਭਰ ਕੇ ਪ੍ਰਸ਼ਾਦ ਛਕ ਸਕਦਾ ਸੀ। ਇਸ ਲਈ ਗੁਰੂ ਜੀ ਸੰਗਤ ਅਤੇ ਆਮ ਜਨਤਾ ਦੀ ਸੇਵਾ ਲਈ ਇੱਕ ਅਜਿਹੀ ਬੌਲੀ ਬਣਾਉਣਾ ਚਾਹੁੰਦੇ ਸਨ ਜਿਸ ਤੋਂ ਲੋੜ ਤੋਂ ਵੱਧ ਪਾਣੀ ਪ੍ਰਾਪਤ ਹੋ ਸਕੇ। 1559 ਈਸਵੀ ਵਿੱਚ ਗੁਰੂ ਜੀ ਨੇ ਬੌਲੀ ਬਣਾਉਣੀ ਆਰੰਭ ਕੀਤੀ। ਉਹਨਾਂ ਇਸ ਵਿੱਚ ਕਾਰਜ ਵਿੱਚ ਬਾਬਾ ਬੁੱਢਾ ਜੀ ਦੇ ਹੱਥੋਂ ਸ਼ੁਰੂ ਕਰਵਾਇਆ। ਇਸ ਦੀ ਸੇਵਾ ਬਹੁਤ ਕਰਕੇ ਗੁਰੂ ਸੰਗਤ ਨੇ ਕੀਤੀ। ਦਿਹਾੜੀਦਾਰ ਰਾਜ ਮਿਸਤਰੀ ਵੀ ਇਸ ਕੰਮ 'ਤੇ ਲਾਏ ਗਏ। ਇਸ ਸਾਰੇ ਕੰਮ ਦਾ ਪ੍ਰਬੰਧ ਸ੍ਰੀ ਜੇਠਾ ਜੀ ਕਰਦੇ ਰਹੇ, ਜਿਹੜੇ ਗੁਰੂ ਅਮਰਦਾਸ ਜੀ ਪਿੱਛੋਂ ਗੁਰਗੱਦੀ 'ਤੇ ਬੈਠੇ ਸਨ। ਇਹ ਆਪ ਟੋਕਰੀ ਢੋਂਦੇ ਸਨ ਤੇ ਸਤਨਾਮ ਦਾ ਜਾਪ ਕਰਦਿਆਂ ਗੁਰਸੇਵਾ ਵਿੱਚ ਮਗਨ ਰਹਿੰਦੇ ਸਨ। ਇਸ ਬੌਲੀ ਦੀਆਂ 84 ਪੌੜੀਆਂ ਹਨ। ਇਹਨਾਂ ਨੂੰ ਪੂਰਾ ਕਰਨ ਵਿੱਚ ਲਗਭਗ 5 ਸਾਲ ਲੱਗੇ ਸਨ। ਗੁਰੂ ਘਰ ਦੇ ਦੁਖੀ ਗੁਰੂ ਅਮਰਦਾਸ ਜੀ ਦੇ ਵਸਦੇ ਜਸ ਨੂੰ ਵੇਖ ਕੇ ਬਹੁਤ ਸਾਰੇ ਲੋਕ ਉਹਨਾਂ ਨਾਲ ਈਰਖਾ ਕਰਨ ਲੱਗ ਪਏ। ਗੋਂਦਵਾਲੇ ਵਿੱਚ ਰਹਿਣ ਵਾਲੇ ਸ਼ਰਾਰਤੀ ਮੁਸਲਮਾਨ ਵੱਟੇ ਮਾਰ ਕੇ ਪਾਣੀ ਦੇ ਘੜੇ ਭੰਨ ਦਿੰਦੇ ਸਨ। ਜਦੋਂ ਸਿੱਖਾਂ ਨੇ ਇਸ ਬਾਰੇ ਸ਼ਿਕਾਇਤ ਕੀਤੀ ਤਾਂ ਗੁਰੂ ਜੀ ਨੇ ਉਹਨਾਂ ਨੂੰ ਪਿੱਤਲ ਦੇ ਘੜੇ ਰੱਖਣ ਲਈ ਕਿਹਾ। ਉਹਨਾਂ ਨੇ ਉਪਦੇਸ਼ ਦਿੱਤਾ ਕਿ ਸ਼ਾਂਤੀ ਅਤੇ ਸਹਿਨਸ਼ੀਲਤਾ ਨਾਲ ਹੀ ਮਨੁੱਖ ਉੱਚਾ ਜੀਵਨ ਗੁਜ਼ਾਰ ਸਕਦਾ ਹੈ। ਦੂਜਾ ਭਾਵੇਂ ਕਿੰਨਾ ਵੀ ਬੁਰਾ ਕਿਉਂ ਨਾ ਹੋਵੇ, ਆਪ ਬੁਰਾ ਨਹੀਂ ਬਣਨਾ ਚਾਹੀਦਾ। ਬੁਰਾ ਕਰਨ ਵਾਲਾ ਆਪੇ ਆਪਣਾ ਕੀਤਾ ਪਾਉਂਦਾ ਹੈ। ਜਿਸ ਦਾ ਸੁਭਾਅ ਹੀ ਬੁਰਾ ਹੈ, ਉਹ ਚੰਗਾ ਕੰਮ ਕਿਸ ਤਰ੍ਹਾਂ ਕਰ ਸਕਦਾ ਹੈ। ਇਸ ਲਈ ਚੰਗੇ ਸੁਭਾਅ ਵਾਲਾ ਕਦੇ ਬੁਰਾ ਕੰਮ ਨਹੀਂ ਕਰਦਾ। ਸੋ ਸੰਗਤ ਗੁਰੂ ਜੀ ਦੇ ਕਹਿਣ ਅਨੁਸਾਰ ਬੜੀ ਸ਼ਾਂਤ ਰਹੀ, ਪਰ ਮੁਸਲਮਾਨ ਫੇਰ ਵੀ ਸ਼ਰਾਰਤਾਂ ਤੋਂ ਬਾਜ ਨਹੀਂ ਸਨ ਆਉਂਦੇ। ਉਨੀ ਦਿਨੀ ਇੱਕ ਵਾਰੀ ਖੱਚਰਾਂ 'ਤੇ ਲੱਦਿਆ ਹੋਇਆ ਸ਼ਾਹੀ ਖਜ਼ਾਨਾ ਗੋਂਦਵਾਲ ਕੋਲੋਂ ਲੰਘ ਰਿਹਾ ਸੀ। ਅਚਾਨਕ ਬੜੇ ਜ਼ੋਰ ਦੀ ਹਨੇਰੀ ਆਈ ਤੇ ਭੁਲੇਖੇ ਨਾਲ ਇੱਕ ਖੱਚਰ ਲਾਗੇ ਹੀ ਇੱਕ ਮੁਸਲਮਾਨ ਦੇ ਘਰ ਜਾ ਵੜੀ। ਉਸ ਮੁਸਲਮਾਨ ਨੇ ਉਹਨੂੰ ਲੁਕਾ ਲਿਆ। ਜਦੋਂ ਸ਼ਾਹੀ ਖਜ਼ਾਨੇ ਦੇ ਰਾਖੇ ਖੱਚਰ ਲੱਭਣ ਲੱਗੇ ਤਾਂ ਉਹਨਾਂ ਨੂੰ ਉਹਦੀ ਕੋਈ ਸੂਹ ਨਾ ਲੱਗੀ। ਉਹ ਥੱਕ ਕੇ ਇਸ ਬਾਰੇ ਸੋਚ ਹੀ ਰਹੇ ਸਨ ਕਿ ਨੇੜਿਓਂ ਇੱਕ ਘਰ ਵਿੱਚੋਂ ਖੱਚਰ ਦੇ ਹਿਨ-ਹਿਨਾਉਣ ਦੀ ਆਵਾਜ਼ ਆਈ। ਉਹਨਾਂ ਝੱਟ ਉਸ ਘਰ ਦਾ ਪਤਾ ਕੀਤਾ, ਪਰ ਉਹਨਾਂ ਨੂੰ ਘਰ ਵਾਲੇ ਅੰਦਰ ਨਾ ਜਾ ਦੇਣ, ਕਿਉਂਕਿ ਅੰਦਰ ਪਰਦੇ ਵਿੱਚ ਔਰਤਾਂ ਸਨ। ਰਾਖਿਆਂ ਨੇ ਬਦੋ-ਬਦੀ ਅੰਦਰ ਜਾ ਕੇ ਖੱਚਰ ਕੱਢ ਲਿਆਂਦੀ ਤੇ ਉਸ ਘਰ ਵਾਲੇ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਨੂੰ ਨਗਰ ਤੋਂ ਪਤਾ ਲੱਗਾ ਕਿ ਇਹ ਸ਼ਰਾਰਤੀ ਆਦਮੀ ਹਨ ਤੇ ਉੱਥੋਂ ਦੇ ਲੋਕਾਂ ਨੂੰ ਵੀ ਬਹੁਤ ਤੰਗ ਕਰਦੇ ਹਨ। ਉਹਨਾਂ ਨੇ ਸ਼ਾਹੀ ਦਰਬਾਰ ਵਿੱਚ ਪਹੁੰਚ ਕੇ ਸਾਰੀ ਗੱਲ ਸੁਣਾਈ। ਅਕਬਰ ਨੇ ਇਹ ਸੁਣ ਕੇ ਹੁਕਮ ਦਿੱਤਾ ਕਿ ਉਹ ਸ਼ਰਾਰਤੀ ਲੋਕਾਂ ਨੂੰ ਗੋਂਦਵਾਲ ਵਿੱਚੋਂ ਕੱਢ ਦਿੱਤਾ ਜਾਏ। ਉਹਨਾਂ ਦੇ ਮਕਾਨ ਢਾਹ ਕੇ ਪੱਧਰੇ ਕਰ ਦਿੱਤੇ ਜਾਣ ਤੇ ਉਹਨਾਂ ਦੀ ਜਾਇਦਾਦ ਜ਼ਬਤ ਕਰ ਲਈ ਜਾਏ। ਇਸ ਤਰ੍ਹਾਂ ਗੁਰੂ ਘਰ ਦਾ ਬੁਰਾ ਤੱਕਣ ਵਾਲਿਆਂ ਦਾ ਰੱਬ ਵੱਲੋਂ ਬੁਰਾ ਹਾਲ ਹੋਇਆ ਤੇ ਉਹਨਾਂ ਨੂੰ ਆਪਣੇ ਕੀਤੇ ਦੀ ਸਜ਼ਾ ਮਿਲੀ। ਇਸੇ ਤਰ੍ਹਾਂ ਕੁਝ ਹਿੰਦੂਆਂ ਨੇ ਰਲ ਕੇ ਸ਼ਾਹੀ ਦਰਬਾਰ ਵਿੱਚ ਗੁਰੂ ਜੀ ਦੇ ਖਿਲਾਫ ਅਰਜ਼ੀਆਂ ਦਿੱਤੀਆਂ। ਉਹ ਸ਼ਿਕਾਇਤ ਕਰਦੇ ਸਨ ਕਿ ਸਿੱਖਾਂ ਦੇ ਗੁਰੂ ਨੇ ਹਿੰਦੂ ਜਾਤੀ ਦਾ ਬੜਾ ਅਪਮਾਨ ਕੀਤਾ ਹੈ। ਉਹਦੀ ਸੰਗਤ ਅਤੇ ਲੰਗਰ ਵਿੱਚ ਊਚ ਨੀਚ ਦਾ ਕੋਈ ਖਿਆਲ ਨਹੀਂ ਰੱਖਿਆ ਜਾਂਦਾ। ਨੀਵੀਆਂ ਤੇ ਕਮੀਨੀਆਂ ਜਾਤਾਂ ਵਾਲੇ ਉੱਚੀਆਂ ਜਾਤਾਂ ਨਾਲ ਇੱਕ ਥਾਂ ਬਰਾਬਰੀ ਨਾਲ ਬਹਿੰਦੇ ਤੇ ਖਾਂਦੇ ਪੀਂਦੇ ਹਨ। ਗੁਰੂ ਆਪ ਤੀਰਥਾਂ ਦੀ ਯਾਤਰਾ ਨਹੀਂ ਕਰਦਾ ਤੇ ਹਿੰਦੂ ਧਰਮ ਦੇ ਨਿਯਮਾਂ ਦੀ ਪਾਲਣਾ ਨਾਲ ਹੋਰ ਹਿੰਦੂਆਂ ਨੂੰ ਵੀ ਸਿੱਖ ਬਣਾ ਕੇ ਉਲਟੇ ਰਾਹ ਪਾਉਂਦਾ ਹੈ। ਇਹ ਸਭ ਸ਼ਿਕਾਇਤਾਂ ਅਕਬਰ ਪਾਸ ਪਹੁੰਚੀਆਂ। ਉਹ ਗੁਰੂ ਜੀ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਤੇ ਉਹ ਗੁਰੂ ਜੀ ਨੂੰ ਮਿਲ ਕੇ ਬੜਾ ਹੀ ਖੁਸ਼ ਹੋਇਆ ਸੀ। ਉਹਨੇ ਬੀਬੀ ਭਾਨੀ ਜੀ ਦੇ ਨਾਂ ਜਗੀਰ ਵੀ ਲਾਈ ਸੀ, ਪਰ ਉਹ ਇਹਨਾਂ ਸ਼ਿਕਾਇਤੀ ਟੱਟੂਆਂ ਦੇ ਮੂੰਹ ਵੀ ਬੰਦ ਕਰਨਾ ਚਾਹੁੰਦਾ ਸੀ। ਉਹਨੇ ਗੁਰੂ ਜੀ ਨੂੰ ਆਪਣੇ ਇੱਕ ਵੱਡੇ ਅਫਸਰ ਦੇ ਹੱਥ ਇਹ ਬੇਨਤੀ ਲਿਖ ਭੇਜੀ, ਕਿਰਪਾ ਕਰਕੇ ਇੱਥੇ ਪੁੱਜ ਕੇ ਦਰਸ਼ਨ ਦਿਓ। ਜਦੋਂ ਇਹ ਸੁਨੇਹਾ ਗੁਰੂ ਅਮਰਦਾਸ ਜੀ ਨੂੰ ਮਿਲਿਆ ਤਾਂ ਉਹਨਾਂ ਨੇ ਜੇਠਾ ਜੀ ਨੂੰ ਸ਼ਾਹੀ ਦਰਬਾਰ ਵਿੱਚ ਜਾਣ ਦੀ ਆਗਿਆ ਕੀਤੀ, ਕਿਉਂਕਿ ਉਹ ਆਪ ਬੁਢੇਪੇ ਦੇ ਕਾਰਨ ਜਾ ਨਹੀਂ ਸਕਦੇ ਸਨ। ਜਦੋਂ ਜੇਠਾ ਜੀ ਸ਼ਾਹੀ ਦਰਬਾਰ ਵਿੱਚ ਪਹੁੰਚੇ ਤਾਂ ਉਹਨਾਂ ਦਾ ਬੜਾ ਆਦਰ ਮਾਣ ਕੀਤਾ ਗਿਆ। ਅਕਬਰ ਬਾਦਸ਼ਾਹ ਨੇ ਸ਼ਿਕਾਇਤੀ ਟੱਟੂਆਂ ਨੂੰ ਬੁਲਾ ਭੇਜਿਆ। ਜੇਠਾ ਜੀ ਨੇ ਉਹਨਾਂ ਨੂੰ ਐਸੇ ਯੋਗ ਤੇ ਢੁਕਵੇਂ ਜਵਾਬ ਦਿੱਤੇ, ਉਹ ਅੱਗੋਂ ਉੱਤਰ ਦੇਣ ਜੋਗੇ ਨਾ ਰਹੇ। ਅਕਬਰ ਨੇ ਉਹਨਾਂ ਨੂੰ ਚਾੜ ਝੰਮ ਪਾਈ ਤੇ ਸ਼ਰਮਿੰਦਾ ਕੀਤਾ ਤੇ ਜੇਠਾ ਜੀ ਨੂੰ ਸਿਰੋਪਾ ਦੇ ਕੇ ਬੜੀ ਇੱਜ਼ਤ ਨਾਲ ਵਿਦਾ ਕੀਤਾ। ਅੱਲਾ ਯਾਰ ਦਿੱਲੀ ਦਾ ਇੱਕ ਵਪਾਰੀ ਸੀ। ਉਹ ਘੋੜਿਆਂ ਦਾ ਵਪਾਰ ਕਰਦਾ ਸੀ। ਇੱਕ ਵਾਰੀ ਉਹ ਕਾਬਲ ਤੋਂ ਘੋੜੇ ਲੈ ਕੇ ਦਿੱਲੀ ਜਾ ਰਿਹਾ ਸੀ। ਜਦੋਂ ਬਿਆਸ ਲਾਗੇ ਪਹੁੰਚਿਆ ਤਾਂ ਉਹਨੇ ਵੇਖਿਆ ਕਿ ਦਰਿਆ ਵਿੱਚ ਹੜ੍ਹ ਆਇਆ ਹੋਇਆ ਹੈ, ਇਸ ਲਈ ਉਹ ਉੱਥੇ ਹੀ ਰੁਕ ਗਿਆ। ਇੱਕ ਦਿਨ ਉਹਨੇ ਵੇਖਿਆ ਕਿ ਗੁਰਸਿੱਖ ਭਾਈ ਪਾਰੋ ਨੇ ਆਪਣੇ ਘੋੜੇ ਨੂੰ ਸ਼ੂਕਾਂ ਮਾਰਦੇ ਦਰਿਆ ਵਿੱਚ ਠੇਲ ਦਿੱਤਾ ਤੇ ਵੇਖਦੇ ਵੇਖਦੇ ਪਾਰ ਹੋ ਗਿਆ। ਉਹ ਬੜਾ ਹੈਰਾਨ ਹੋਇਆ। ਉਹਨੇ ਭਾਈ ਪਾਰੋ ਨੂੰ ਪੁੱਛਿਆ, ਉਹ ਪਾਣੀ ਕਿਸ ਤਰ੍ਹਾਂ ਇੰਨੇ ਰੋਡ ਵਿੱਚੋਂ ਘੋੜੇ ਸਣੇ ਬਾਹਰ ਆ ਖਲੋਤਾ ਹੈ। ਉਹਨੇ ਅੱਲਾ ਯਾਰ ਨੂੰ ਦੱਸਿਆ ਕਿ
ਜੋ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਘੋੜੇ 'ਤੇ ਆਉਂਦਾ ਹੈ ਅਤੇ ਸਭ ਕੁਝ ਉਹਨਾਂ ਦੀ ਮਿਹਰ ਨਾਲ ਹੀ ਹੈ। ਅੱਲਾ ਯਾਰ ਬੜਾ ਹੈਰਾਨ ਸੀ। ਉਹਨੇ ਗੁਰੂ ਜੀ ਦੇ ਦਰਸ਼ਨ ਕਰਨ ਦੀ ਇੱਛਾ ਪ੍ਰਗਟ ਕੀਤੀ। ਭਾਈ ਪਾਰੋ ਉਹਨੂੰ ਆਪਣੇ ਨਾਲ ਹੀ ਗੁਰੂ ਜੀ ਦੇ ਦੀਵਾਨ ਵਿੱਚ ਲੈ ਗਿਆ। ਅੱਲਾ ਯਾਰ ਨੇ ਗੁਰੂ ਜੀ ਦੇ ਦਰਸ਼ਨ ਕੀਤੇ। ਉਹ ਗੁਰੂ ਜੀ ਦੇ ਚਰਨਾਂ 'ਤੇ ਡਿੱਗ ਪਿਆ। ਪੁੱਛਣ 'ਤੇ ਜਦੋਂ ਉਹਨੇ ਆਪਣਾ ਨਾਂ ਅੱਲਾ ਯਾਰ ਦੱਸਿਆ ਤਾਂ ਗੁਰੂ ਜੀ ਹੱਸ ਪਏ ਅਤੇ ਕਹਿਣ ਲੱਗੇ, ਅੱਲਾ ਦਾ ਯਾਰ ਬਣਨਾ ਤਾਂ ਬੜਾ ਔਖਾ ਹੈ, ਪਰ ਅੱਲਾ ਦਾ ਦਾਸ ਤਾਂ ਤੂੰ ਜ਼ਰੂਰ ਬਣ ਜਾਏਗਾ। ਅੱਲਾ ਯਾਰ ਨੇ ਗੁਰੂ ਜੀ ਦੀ ਸ਼ਰਨ ਲੈ ਲਈ ਅਤੇ ਉਹ ਸਿੱਖ ਬਣ ਗਿਆ। ਬਾਅਦ ਵਿੱਚ ਇਸੇ ਮਹਾਂਪੁਰਖ ਨੂੰ ਲੋਕ ਅੱਲਾ ਸ਼ਾਹ ਕਹਿ ਕੇ ਬੁਲਾਉਂਦੇ ਸਨ। ਗੁਰਸਿੱਖੀ ਦਾ ਪ੍ਰਚਾਰ। ਗੁਰਸਿੱਖੀ ਦੇ ਪ੍ਰਚਾਰ ਲਈ ਗੁਰੂ ਅਮਰਦਾਸ ਜੀ ਨੇ ਬੜਾ ਸੁੰਦਰ ਪ੍ਰਬੰਧ ਕੀਤਾ। ਉਹਨਾਂ ਨੇ ਸਾਰੇ ਇਲਾਕੇ ਨੂੰ 22 ਹਿੱਸਿਆਂ ਵਿੱਚ ਵੰਡਿਆ। ਇਹਨਾਂ ਨੂੰ 22 ਮੰਜੀਆਂ ਦਾ ਨਾਂ ਦਿੱਤਾ ਗਿਆ। ਹਰ ਇੱਕ ਮੰਜੀ ਦਾ ਇੱਕ ਮੁਖੀ ਸਿੱਖ ਨਿਯੁਕਤ ਕੀਤਾ ਗਿਆ ਹੈ। ਇਹ ਮੁਖੀ ਸਿੱਖ ਵੱਖ-ਵੱਖ ਜਾਤਾਂ ਤੋਂ ਸਿੱਖ ਬਣੇ ਸਨ। ਇਹਨਾਂ ਵਿੱਚ ਅੱਲਾ ਯਾਰ ਵੀ ਇੱਕ ਸੀ। ਇਸ ਪ੍ਰਚਾਰ ਪ੍ਰਬੰਧ ਵਿੱਚ ਕਈ ਇਸਤਰੀਆਂ ਵੀ ਸਨ। ਕੁਝ ਗੁਰਸਿੱਖਾਂ ਦੇ ਕਹਿਣ 'ਤੇ ਗੁਰੂ ਅਮਰਦਾਸ ਜੀ ਨੇ 1567 ਈਸਵੀ ਵਿੱਚ ਪਹਿਲਾ ਵਿਸਾਖੀ ਦਾ ਮੇਲਾ ਲਾਇਆ। ਇਸ ਦਾ ਮਨੋਰਥ ਸਿੱਖੀ ਦਾ ਪ੍ਰਚਾਰ ਅਤੇ ਆਪਸ ਵਿੱਚ ਮੇਲ ਜੋਲ ਸੀ। ਸੰਗਤਾਂ ਨੂੰ ਮੇਲੇ 'ਤੇ ਪੁੱਜਣ ਲਈ ਦੂਰ ਦੂਰ ਸੱਦੇ ਘੱਲੇ ਗਏ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਏ। ਖੂਬ ਰੌਣਕ ਲੱਗੀ। ਗੁਰੂ ਕਾ ਲੰਗਰ ਵਰਤਿਆ। ਸ਼ਬਦ ਕੀਰਤਨ ਹੋਇਆ। ਇਸ ਤੋਂ ਮਗਰੋਂ ਇਹ ਮੇਲਾ ਹਰ ਸਾਲ ਲੱਗਣ ਲੱਗ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਹੀ ਖਾਲਸਾ ਸਾਜ ਕੇ ਇਸ ਦਿਨ ਕੌਮੀ ਤਿਉਹਾਰ ਬਣਾ ਦਿੱਤਾ। ਸਿੱਖੀ ਦੇ ਪ੍ਰਚਾਰ ਲਈ ਗੁਰੂ ਜੀ ਆਪ ਵੀ ਦੂਰ ਦੂਰ ਸਥਾਨਾਂ 'ਤੇ ਜਾਂਦੇ ਰਹੇ। ਇਸ ਤਰ੍ਹਾਂ ਬਹੁਤ ਸਾਰੇ ਲੋਕ ਕੀ ਹਿੰਦੂ ਅਤੇ ਕੀ ਮੁਸਲਮਾਨ ਸਿੱਖ ਬਣ ਗਏ। ਗੁਰੂ ਅਮਰਦਾਸ ਜੀ ਦੇ ਹੁਕਮ ਅਨੁਸਾਰ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਦੀ ਨੀਂਹ 1574 ਈਸਵੀ ਵਿੱਚ ਰੱਖੀ। ਇਸ ਦਾ ਨਾਂ ਗੁਰੂ ਕਾ ਚੱਕ ਰੱਖਿਆ ਗਿਆ। ਸੱਚਖੰਡ ਵਾਪਸੀ। ਗੁਰੂ ਅਮਰਦਾਸ ਜੀ ਨੇ ਆਪਣੇ ਦੋਹਾਂ ਸਾਹਿਬਜ਼ਾਦਿਆਂ ਨੂੰ ਗੁਰੂ ਪਦਵੀ ਦੇ ਯੋਗ ਨਾ ਸਮਝਿਆ। ਉਹਨਾਂ ਦੀਆਂ ਨਜ਼ਰਾਂ ਵਿੱਚ ਕੇਵਲ ਜੇਠਾ ਜੀ ਹੀ, ਜੋ ਉਹਨਾਂ ਦੀ ਸਪੁੱਤਰੀ ਬੀਬੀ ਭਾਨੀ ਜੀ ਨਾਲ ਵਿਆਹੇ ਹੋਏ ਸਨ, ਇਸ ਪਦਵੀ ਦੇ ਯੋਗ ਸਨ। 1 ਸਤੰਬਰ 1571 ਨੂੰ ਗੁਰੂ ਅਮਰਦਾਸ ਜੀ ਨੇ ਜੇਠਾ ਜੀ ਨੂੰ ਗੁਰੂ ਰਾਮਦਾਸ ਦਾ ਨਾਂ ਦੇ ਕੇ ਗੁਰਗੱਦੀ 'ਤੇ ਬਿਠਾਇਆ। ਉਹਨਾਂ ਅੱਗੇ 5 ਪੈਸੇ ਤੇ ਨਰੇਲ ਰੱਖ ਕੇ ਮੱਥਾ ਟੇਕਿਆ। ਬਾਬਾ ਬੁੱਢਾ ਜੀ ਨੇ ਉਹਨਾਂ ਨੂੰ ਗੁਰਗੱਦੀ ਦਾ ਤਿਲਕ ਲਾਇਆ। ਉਸੇ ਦਿਨ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾ ਗਏ।